ਡਾਕਟਰ ਜੋਸੇਫ ਮਰਫੀ ਦਾ ਅਗਲਾ ਲੇਖ ਹੈ, ਤੁਹਾਡਾ ਅਵਚੇਤਨ ਮਾਨਸਿਕ ਰੁਕਾਵਟਾਂ ਕਿਵੇਂ ਹਟਾਉਂਦਾ ਹੈ। ਜੇ ਤੁਹਾਡੇ ਸਾਹਮਣੇ ਕੋਈ ਮੁਸ਼ਕਲ ਸਥਿਤੀ ਆ ਜਾਏ ਤਾਂ ਤੁਹਾਨੂੰ ਰਾਹ ਸਪਸ਼ਟ ਨਾ ਦਿਖ ਰਿਹਾ ਹੋਵੇ ਤਾਂ ਤੁਸੀਂ ਕੀ ਕਰ ਸਕਦੇ ਹੋ। ਸਮਾਧਾਨ ਸਮੱਸਿਆ ਦੇ ਅੰਦਰ ਹੀ ਹੁੰਦਾ ਹੈ। ਹਰ ਸਵਾਲ 'ਚ ਇਹਦਾ ਜਵਾਬ ਨਿਸ਼ਚਿਤ ਹੁੰਦਾ ਹੈ। ਤੁਹਾਡੇ ਅਵਚੇਤਨ ਮਨ ਦੀ ਅਸੀਮ ਬੁੱਧੀਮਤਾ ਸਾਰਾ ਕੁਝ ਜਾਣਦੀ ਹੈ, ਸਾਰਾ ਕੁਝ ਦੇਖਦੀ ਹੈ। ਇਹਦੇ ਕੋਲ ਜਵਾਬ ਹਨ ਤੇ ਤੁਹਾਨੂੰ ਉਹ ਜਵਾਬ ਹੁਣੇ ਦੱਸ ਰਹੀ ਹੈ, ਲੇਕਿਨ ਤੁਸੀਂ ਸੁਣਨਾ ਹੋਏਗਾ। ਤੁਹਾਨੂੰ ਪੂਰਨ ਵਿਸ਼ਵਾਸ ਨਾਲ ਅਵਚੇਤਨ ਮਨ ਦੇ ਸੁਝਾਏ ਗਏ ਮਾਰਗ ਦਾ ਅਨੁਸਰਨ ਕਰਨਾ ਪਏਗਾ। ਜਦੋਂ ਤੁਸੀਂ ਇਸ ਨਵੇਂ ਮਾਨਸਿਕ ਨਜ਼ਰੀਏ ਨੂੰ ਹਾਸਲ ਕਰ ਲੈਂਦੇ ਹੋ ਕਿ ਤੁਹਾਡਾ ਅੰਦਰਲਾ ਰਚਨਾਤਮਕ ਗਿਆਨ ਸੁਖਦ ਸਮਾਧਾਨ ਸੁਝਾ ਰਿਹਾ ਹੈ, ਫਿਰ ਤੁਹਾਨੂੰ ਉਹ ਜਵਾਬ ਮਿਲ ਜਾਏਗਾ ਜਿਹਨੂੰ ਤੁਸੀਂ ਭਾਲ ਰਹੇ ਹੋ। ਤਸੱਲੀ ਰੱਖੋ ਕਿ ਇਸ ਤਰ੍ਹਾਂ ਦਾ ਮਾਨਸਿਕ ਨਜ਼ਰੀਆ ਤੁਹਾਡੇ ਸਾਰੇ ਕਾਰਜਾਂ 'ਚ ਵਿਵਸਥਾ, ਸ਼ਾਂਤੀ ਤੇ ਅਰਥ ਲਿਆਵੇਗਾ। ਕਿਸੇ ਆਦਤ ਨੂੰ ਕਿਵੇਂ ਬਣਾਈਏ ਤੇ ਤੋੜੀਏ। ਅਸੀਂ ਸਾਰੇ ਆਦਤਾਂ ਦੇ ਹਿਸਾਬ ਨਾਲ ਜਿਉਣ ਵਾਲੇ ਪ੍ਰਾਣੀ ਹਾਂ। ਆਦਤ ਸਾਡੇ ਅਵਚੇਤਨ ਮਨ ਦਾ ਕਾਰਜ ਹੈ। ਅਸੀਂ ਤੈਰਨਾ, ਸਾਈਕਲ ਚਲਾਉਣਾ, ਨੱਚਣਾ, ਕਾਰ ਚਲਾਉਣਾ ਚੇਤਨ ਤੌਰ ਤੇ ਇਹਨਾਂ ਕੰਮਾਂ ਨੂੰ ਬਾਰ-ਬਾਰ ਸਿੱਖਿਆ ਸੀ, ਜਦ ਤੱਕ ਇਹ ਕੰਮ ਸਾਡੇ ਅਵਚੇਤਨ ਮਨ 'ਚ ਸਥਾਪਿਤ ਨਹੀਂ ਹੋ ਗਏ। ਫਿਰ ਅਵਚੇਤਨ ਮਨ ਦੀ ਆਦਤ ਨੇ ਉਸ ਕੰਮ ਨੂੰ ਆਪਣੇ ਜਿੰਮੇ ਲੈ ਲਿਆ। ਇਹਨੂੰ ਕਈ ਵਾਰੀ ਦੂਜੀ ਪ੍ਰਕਿਰਤੀ ਵੀ ਕਿਹਾ ਜਾਂਦਾ ਹੈ, ਭਾਵ ਸਾਡੀ ਪਹਿਲੀ ਪ੍ਰਕਿਰਤੀ ਦੇ ਚਿੰਤਨ ਤੇ ਕਿਰਿਆ ਉੱਤੇ ਅਵਚੇਤਨ ਮਨ ਦੀ ਪ੍ਰਤੀਕਿਰਿਆ। ਜੇਕਰ ਅਸੀਂ ਆਪਣੀ ਖੁਦ ਦੀਆਂ ਆਦਤਾਂ ਬਣਾਉਂਦੇ ਹਾਂ ਤਾਂ ਇਹਦਾ ਮਤਲਬ ਹੈ ਕਿ ਅਸੀਂ ਚੰਗੀ ਜਾਂ ਮਾੜੀ ਆਦਤਾਂ ਚੁਣਨ ਲਈ ਸੁਤੰਤਰ ਹਾਂ। ਜੇ ਤੁਸੀਂ ਕੋਈ ਨਕਾਰਾਤਮਕ ਵਿਚਾਰ ਜਾਂ ਕਾਰਜ ਕੁਝ ਸਮੇਂ ਤੱਕ ਦੁਹਰਾਉਂਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਇੱਕ ਆਦਤ ਦੇ ਦਬਾਅ 'ਚ ਰੱਖ ਰਹੇ ਹੋ। ਤੁਹਾਡੇ ਅਵਚੇਤਨ ਮਨ ਦਾ ਨਿਯਮ ਦਬਾਅ ਹੈ। ਉਸਨੇ ਮਾੜੀ ਆਦਤ ਕਿਵੇਂ ਛੱਡੀ। ਜਦੋਂ ਬੌਬ ਜੇ ਮੇਰੇ ਕੋਲ ਆਇਆ ਤਾਂ ਬੜਾ ਨਿਰਾਸ਼ ਸੀ। ਉਹਨੇ ਮੈਨੂੰ ਕਿਹਾ, ਸ਼ਰਾਬ ਮੇਰੀ ਨੌਕਰੀ, ਪਤਨੀ ਤੇ ਪਰਿਵਾਰ ਨੂੰ ਪੀ ਗਈ। ਮੇਰੀ ਪਤਨੀ ਮੇਰੇ ਨਾਲ ਫੋਨ ਤੇ ਵੀ ਗੱਲ ਨਹੀਂ ਕਰਦੀ। ਉਹ ਮੈਨੂੰ ਆਪਣੀ ਧੀ ਨਾਲ ਵੀ ਮਿਲਣ ਨਹੀਂ ਦਿੰਦੀ। ਮੈਂ ਨਹੀਂ ਜਾਣਦਾ ਕਿ ਕੀ ਕਰਾਂ। ਮੈਂ ਪੁੱਛਿਆ ਕਿ ਤੁਸੀਂ ਸ਼ਰਾਬ ਛੱਡਣ ਦੀ ਕੋਸ਼ਿਸ਼ ਕੀਤੀ ਹੈ। ਜ਼ਾਹਿਰ ਹੈ ਕੀਤੀ ਹੈ, ਉਹਨੇ ਕਿਹਾ, ਬੜੀ ਵਾਰ, ਤੇ ਮੈਂ ਛੱਡੀ ਵੀ ਹੈ ਕੁਝ ਸਮੇਂ ਲਈ, ਲੇਕਿਨ ਮਨ ਬੇਕਾਬੂ ਹੋ ਜਾਂਦਾ ਹੈ। ਮੈਂ 2 ਹਫ਼ਤੇ ਤੱਕ ਲਗਾਤਾਰ ਨਸ਼ੇ 'ਚ ਡੁੱਬਿਆ ਰਹਿੰਦਾ। ਇਹ ਭਿਅੰਕਰ ਹੈ। ਇਹ ਸਭ ਭਾਗੇ ਵਿਅਕਤੀ ਦੇ ਨਾਲ ਇੰਜ ਬਾਰ-ਬਾਰ ਹੋਇਆ। ਉਹਨੂੰ ਅਹਿਸਾਸ ਸੀ ਕਿ ਲਗਾਤਾਰ ਪੀਣਾ ਉਹਦੀ ਆਦਤ ਬਣ ਚੁੱਕੀ ਹੈ ਤੇ ਉਹ ਜਾਣਦਾ ਸੀ ਕਿ ਉਹਨੂੰ ਇਸ ਆਦਤ ਨੂੰ ਬਦਲ ਕੇ ਨਵੀਂ ਆਦਤ ਪਾਉਣੀ ਚਾਹੀਦੀ ਹੈ। ਬਹਰਹਾਲ ਇੱਛਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਨਾਲ ਹਾਲਤ ਸੁਧਾਰਨ ਦੀ ਬਜਾਏ ਹੋਰ ਵਿਗੜਦੀ ਜਾ ਰਹੀ ਸੀ। ਉਹਦੀ ਲਗਾਤਾਰ ਅਸਫਲਤਾਵਾਂ ਨੇ ਉਹਨੂੰ ਵਿਸ਼ਵਾਸ ਦਿਵਾ ਦਿੱਤਾ ਕਿ ਉਹ ਨਾਕਾਮਯਾਬ ਹੈ ਤੇ ਉਹਦੇ ਕੋਲ ਆਪਣੀ ਇੱਛਾ ਨੂੰ ਨਿਯੰਤਰਣ ਕਰਨ ਦੀ ਸ਼ਕਤੀ ਨਹੀਂ ਹੈ। ਸ਼ਕਤੀਹੀਣਤਾ ਦੇ ਇਸ ਵਿਚਾਰ ਨੇ ਉਹਦੇ ਅਵਚੇਤਨ ਮਨ ਉੱਤੇ ਜ਼ਬਰਦਸਤ ਸੁਝਾਅ ਦੇ ਰੂਪ 'ਚ ਕੰਮ ਕੀਤਾ। ਇਸੇ ਕਾਰਨ ਉਹਦੀ ਕਮਜ਼ੋਰੀ ਵੱਧਦੀ ਗਈ ਤੇ ਉਹਦਾ ਜੀਵਨ ਅਸਫਲਤਾਵਾਂ ਦਾ ਸਿਲਸਿਲਾ ਬਣ ਗਿਆ। ਮੈਂ ਉਹਨੂੰ ਚੇਤਨ ਤੇ ਅਵਚੇਤਨ ਮਨ ਦੇ ਕਾਰਜਾਂ 'ਚ ਤਾਲਮੇਲ ਬਿਠਾਉਣਾ ਸਿਖਾਇਆ। ਇਹਨਾਂ ਦੋਨਾਂ ਦੇ ਸਹਿਯੋਗ ਨਾਲ ਅਵਚੇਤਨ ਮਨ 'ਚ ਬੀਜੀ ਗਈ ਇੱਛਾ ਜਾਂ ਵਿਚਾਰ ਸਾਕਾਰ ਹੋ ਜਾਂਦਾ ਹੈ। ਉਹਦਾ ਤਾਰਕਿਕ ਮਨ ਸਹਿਮਤ ਸੀ ਕਿ ਜੇ ਉਹਦੀ ਆਦਤ ਦੇ ਪੁਰਾਣੇ ਮਾਰਗ ਨੇ ਉਹਨੂੰ ਮੁਸ਼ਕਲ 'ਚ ਪਾ ਦਿੱਤਾ ਤਾਂ ਉਹ ਚੇਤਨ ਤੌਰ ਤੇ ਸੁਤੰਤਰਤਾ, ਸੰਜਮ ਤੇ ਮਾਨਸਿਕ ਸ਼ਾਂਤੀ ਦਾ ਨਵਾਂ ਮਾਰਗ ਬਣਾ ਸਕਦਾ ਹੈ। ਉਹ ਜਾਣਦਾ ਸੀ ਕਿ ਹਾਲਾਂਕਿ ਉਹਦੀ ਵਿਨਾਸ਼ਕ ਆਦਤ ਹੁਣ ਸਵੈਚਾਲਿਤ ਬਣ ਗਈ ਹੈ, ਲੇਕਿਨ ਉਹਨੇ ਇਹਨੂੰ ਸਚੇਤਨ ਵਿਕਲਪ ਚੁਣ ਕੇ ਆਪਣੇ ਆਪ ਨੂੰ ਬਣਾਇਆ ਤੇ ਉਹਨੂੰ ਅਹਿਸਾਸ ਸੀ ਕਿ ਜੇ ਉਹਨੇ ਆਪਣੀ ਕੰਡੀਸ਼ਨਿੰਗ ਨਕਾਰਾਤਮਕ ਕਰ ਲਈ ਹੈ ਤਾਂ ਉਹ ਇਸ ਕੰਡੀਸ਼ਨਿੰਗ ਨੂੰ ਵੀ ਬਣਾ ਸਕਦਾ ਹੈ। ਨਤੀਜਤਨ ਉਹਨੇ ਸੋਚਣਾ ਛੱਡ ਦਿੱਤਾ ਕਿ ਉਹ ਇਸ ਆਦਤ ਨੂੰ ਨਹੀਂ ਛੱਡ ਸਕਦਾ। ਉਹਨੇ ਇੱਕ ਸਪਸ਼ਟ ਸਮਝ ਹਾਸਲ ਕੀਤੀ ਕਿ ਉਹਦੇ ਆਪਣੇ ਵਿਚਾਰਾਂ ਤੋਂ ਇਲਾਵਾ ਉਹਦੇ ਉਪਚਾਰ ਵਿੱਚ ਕੋਈ ਰੁਕਾਵਟ ਨਹੀਂ ਹੈ। ਇਸ ਲਈ ਬਹੁਤ ਜ਼ਿਆਦਾ ਮਾਨਸਿਕ ਕੋਸ਼ਿਸ਼ ਜਾਂ ਮਾਨਸਿਕ ਦਬਾਅ ਦੀ ਕੋਈ ਲੋੜ ਨਹੀਂ। ਉਹਦੀ ਮਾਨਸਿਕ ਤਸਵੀਰ ਦੀ ਸ਼ਕਤੀ। ਬੌਬ ਨੇ ਆਪਣੇ ਸਰੀਰ ਨੂੰ ਸ਼ਿਥਲ ਕਰਨ ਦਾ ਅਭਿਆਸ ਕੀਤਾ, ਮਨਨ ਦੀ ਨਿਸ਼ਕਰਿਆ ਅਵਸਥਾ 'ਚ ਪਹੁੰਚ ਗਿਆ। ਫਿਰ ਉਹਨੇ ਇਹ ਜਾਣਦੇ ਹੋਏ ਮਸਤਿਸ਼ਕ ਵਿੱਚ ਇੱਛਤ ਨਤੀਜੇ ਦੀ ਤਸਵੀਰ ਭਰੀ ਕਿ ਉਹਦਾ ਅਵਚੇਤਨ ਮਨ ਸਭ ਤੋਂ ਸੌਖੇ ਤਰੀਕੇ ਨਾਲ ਉਹਨੂੰ ਸਾਕਾਰ ਕਰ ਸਕਦਾ ਹੈ। ਉਹਨੇ ਕਲਪਨਾ ਕੀਤੀ ਕਿ ਉਹਦੀ ਧੀ ਗਲੇ ਲਾਉਂਦਿਆਂ ਸਵਾਗਤ ਕਰ ਰਹੀ ਹੈ, ਕਹਿ ਰਹੀ ਹੈ, ਓ ਡੈਡ, ਕਿੰਨਾ ਚੰਗਾ ਹੋਇਆ ਕਿ ਤੁਸੀਂ ਦੁਬਾਰਾ ਘਰ ਮੁੜ ਆਏ। ਨਿਯਮਤ ਤੌਰ ਤੇ ਸੁਨਿਯੋਜਿਤ ਢੰਗ ਨਾਲ ਉਹ ਇਸ ਤਰ੍ਹਾਂ ਬੈਠ ਕੇ ਮਨਨ ਕਰਦਾ ਰਿਹਾ। ਧਿਆਨ ਭਟਕਣ ਤੇ ਉਹਨੇ ਇੱਕਦਮ ਆਪਣੀ ਧੀ ਦੀ ਮਾਨਸਿਕ ਤਸਵੀਰ ਯਾਦ ਕਰਨ ਦੀ ਆਦਤ ਪਾ ਲਈ। ਉਹਦੀ ਮੁਸਕਾਨ ਨਾਲ ਤੇ ਉਹਦੇ ਘਰ ਦਾ ਦ੍ਰਿਸ਼
ਜਿਹੜੀ ਧੀ ਦੀ ਚਹਿਕਦੀ ਆਵਾਜ਼ ਨਾਲ ਸਜੀਵ ਸੀ। ਇਹਨਾਂ ਸਾਰਿਆਂ ਨਾਲ ਉਹਦੇ ਦਿਮਾਗ ਦੀ ਦੁਬਾਰਾ ਕੰਡੀਸ਼ਨਿੰਗ ਹੋ ਗਈ। ਇਹ ਇੱਕ ਲੜੀਦਾਰ ਪ੍ਰਕਿਰਿਆ ਸੀ। ਉਹਨੇ ਇਹਨੂੰ ਜਾਰੀ ਰੱਖਿਆ। ਉਹ ਲੱਗਿਆ ਰਿਹਾ ਕਿਉਂਕਿ ਉਹ ਜਾਣਦਾ ਸੀ ਕਿ ਦੇਰ ਸਵੇਰ ਉਹ ਆਪਣੇ ਅਵਚੇਤਨ ਮਨ 'ਚ ਆਦਤ ਦਾ ਨਵਾਂ ਪੈਟਰਨ ਬਣਾ ਹੀ ਲਏਗਾ। ਮੈਂ ਉਹਨੂੰ ਦੱਸਿਆ ਕਿ ਉਹ ਆਪਣੇ ਚੇਤਨ ਮਨ ਨੂੰ ਕੈਮਰੇ ਦੀ ਤਰ੍ਹਾਂ ਮੰਨ ਸਕਦਾ ਹੈ, ਜਦ ਕਿ ਉਹਦਾ ਅਵਚੇਤਨ ਮਨ ਉਹ ਸੰਵੇਦਨਸ਼ੀਲ ਪਲੇਟ ਹੈ ਜਿਸ ਦੇ ਉੱਤੇ ਉਹ ਤਸਵੀਰ ਦੀ ਛਾਪ ਛੱਡਦਾ ਹੈ। ਇਸ ਸੁਝਾਅ ਦਾ ਉਸ ਉੱਤੇ ਡੂੰਘਾ ਪ੍ਰਭਾਵ ਪਿਆ। ਉਹਦਾ ਪੂਰਾ ਟੀਚਾ ਇਹ ਬਣ ਗਿਆ ਕਿ ਉਹ ਆਪਣੇ ਮਨ ਦੀ ਤਸਵੀਰ ਦੀ ਦ੍ਰਿੜ ਛਾਪ ਛੱਡੇ ਤੇ ਉਹਨੂੰ ਡਿਵੈਲਪ ਕਰੇ। ਫਿਲਮ ਨੂੰ ਹਨੇਰੇ 'ਚ ਡਿਵੈਲਪ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਮਾਨਸਿਕ ਤਸਵੀਰਾਂ ਨੂੰ ਅਵਚੇਤਨ ਮਨ ਦੇ ਡਾਰਕ ਰੂਮ 'ਚ ਡਿਵੈਲਪ ਕੀਤਾ ਜਾਂਦਾ ਹੈ। ਕੇਂਦਰਤ ਧਿਆਨ। ਬੌਬ ਸਮਝ ਗਿਆ ਕਿ ਉਹਦਾ ਚੇਤਨ ਮਨ ਕੈਮਰੇ ਵਾਂਗ ਹੈ, ਇਸ ਲਈ ਉਹਨੇ ਕੋਈ ਕੋਸ਼ਿਸ਼ ਨਹੀਂ ਕੀਤੀ, ਕੋਈ ਮਾਨਸਿਕ ਸੰਘਰਸ਼ ਨਹੀਂ ਹੋਇਆ। ਉਹਨੇ ਸ਼ਾਂਤੀ ਨਾਲ ਆਪਣੇ ਵਿਚਾਰਾਂ ਨੂੰ ਸੰਤੁਲਿਤ ਕੀਤਾ ਤੇ ਆਪਣਾ ਧਿਆਨ ਆਪਣੇ ਸਾਹਮਣੇ ਦੇ ਦ੍ਰਿਸ਼ ਉੱਤੇ ਕੇਂਦਰਿਤ ਕੀਤਾ, ਜਦ ਤੱਕ ਕਿ ਉਹ ਤਸਵੀਰ ਦੇ ਨਾਲ ਲਗਾਤਾਰ ਇਕਾਗਰ ਨਹੀਂ ਹੋ ਗਿਆ। ਮਾਨਸਿਕ ਮਾਹੌਲ 'ਚ ਡੁੱਬ ਗਿਆ ਤੇ ਮਾਨਸਿਕ ਫਿਲਮ ਨੂੰ ਬਾਰ-ਬਾਰ ਦੇਖਣ ਲੱਗਾ। ਉਪਚਾਰ ਹੋਣ ਦੇ ਬਾਰੇ ਕੋਈ ਸ਼ੰਕਾ ਹੀ ਨਹੀਂ ਸੀ। ਜਦ ਵੀ ਉਹਨੂੰ ਪੀਣ ਦੀ ਤਲਬ ਲੱਗਦੀ, ਉਹ ਆਪਣੀ ਕਲਪਨਾ ਨੂੰ ਸ਼ਰਾਬ ਦੇ ਵਿਚਾਰ ਤੋਂ ਦੂਰ ਮੋੜ ਕੇ ਆਪਣੇ ਪਰਿਵਾਰ ਦੇ ਨਾਲ ਘਰ 'ਚ ਰਹਿਣ ਦੀ ਭਾਵਨਾ ਵੱਲ ਮੋੜ ਲੈਂਦਾ। ਉਹ ਸਫਲ ਸੀ ਕਿਉਂਕਿ ਉਹਨੂੰ ਵਿਸ਼ਵਾਸ ਭਰੀ ਉਮੀਦ ਸੀ ਕਿ ਉਹ ਆਪਣੇ ਮਸਤਿਸ਼ਕ ਵਿੱਚ ਜਿਹੜੀ ਫਿਲਮ ਡਿਵੈਲਪ ਕਰ ਰਿਹਾ ਉਹ ਵਸ਼ ਘਟੇਗੀ। ਅੱਜ ਉਹ ਸੰਜਮਪੂਰਨ ਜੀਵਨ ਜੀ ਰਿਹਾ ਤੇ ਆਪਣੇ ਪਰਿਵਾਰ ਦੇ ਨਾਲ ਦੁਬਾਰਾ ਰਹਿਣ ਲੱਗਾ ਹੈ। ਕੈਰੀਅਰ 'ਚ ਵੀ ਸਫਲ ਤੇ ਖੁਸ਼ ਹੈ। ਉਹਨੇ ਕਿਹਾ ਕਿ ਬਦਕਿਸਮਤੀ ਉਹਦੇ ਪਿੱਛੇ ਪਈ ਹੋਈ ਹੈ। ਪਿਛਲੇ 3 ਮਹੀਨਿਆਂ ਤੋਂ ਮੇਰੇ ਸਾਹਮਣੇ ਇੱਕ ਦੇ ਬਾਅਦ ਇੱਕ ਆਉਂਦੀ ਜਾ ਰਹੀ ਹੈ। ਮੈਨੂੰ ਸੱਚਮੁੱਚ ਲੱਗਦਾ ਹੈ ਬਦਕਿਸਮਤੀ ਮੇਰੇ ਪਿੱਛੇ ਪਈ ਹੋਈ ਹੈ। ਰੂਥ ਬੀ ਇੱਕ ਕੰਪਨੀ ਦੀ ਬਾਨੀ ਸੀ ਜੋ ਪ੍ਰੋਫੈਸ਼ਨਲ ਲਈ ਬਿਲਿੰਗ ਤੇ ਰਿਕਾਰਡ ਕੀਪਿੰਗ ਦਾ ਕੰਮ ਕਰਦੀ ਸੀ। ਉਹਦੀ ਕੰਪਨੀ ਪਹਿਲਾਂ ਤਾਂ ਬਹੁਤ ਸਫਲ ਸੀ, ਫਿਰ ਕੁਝ ਹੋ ਗਿਆ ਤੇ ਸਥਿਤੀ ਬਦਲ ਗਈ। ਮੈਨੂੰ ਸਮਝ ਨਹੀਂ ਆਉਂਦਾ, ਉਹਨੇ ਮੈਨੂੰ ਕਿਹਾ। ਅਚਨਚੇਤ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਜਿਹੜਾ ਦਰਵਾਜ਼ਾ ਮੇਰੇ ਲਈ ਖੁੱਲ੍ਹ ਰਿਹਾ ਹੈ ਉਹ ਸਾਰੇ ਹੁਣ ਘੁੱਟ ਕੇ ਬੰਦ ਹੋ ਚੁੱਕੇ ਹੈ। ਮੈਂ ਬਾਰ-ਬਾਰ ਸੰਭਾਵਿਤ ਗਾਹਕਾਂ ਤੋਂ ਸਾਈਨ ਕਰਾਉਣ ਦੇ ਕਰੀਬ ਪੁੱਜ ਜਾਂਦੀ ਹਾਂ, ਫਿਰ ਆਖਰ ਮਿੰਟ ਤੇ ਉਹ ਪਿੱਛੇ ਹਟ ਜਾਂਦੇ ਹਨ। ਕੀ ਹੋ ਰਿਹਾ ਹੈ? ਤੁਹਾਨੂੰ ਇਹ ਸਮੱਸਿਆ ਕਦੋਂ ਤੋਂ ਆ ਰਹੀ? ਮੈਂ ਪੁੱਛਿਆ। ਜਿਵੇਂ ਮੈਂ ਕਿਹਾ, ਲਗਭਗ 3 ਮਹੀਨਿਆਂ ਤੋਂ, ਉਹਨੇ ਜਵਾਬ ਦਿੱਤਾ। ਅਪ੍ਰੈਲ ਦੇ ਵਿਚਕਾਰ ਤੋਂ। ਉਤਸੁਕਤਾ ਨਾਲ ਮੈਂ ਪੁੱਛਿਆ, ਤੁਹਾਨੂੰ ਤਾਰੀਖ ਦੇ ਬਾਰੇ ਇੰਨਾ ਯਕੀਨ ਕਿਵੇਂ ਹੈ ਕਿ ਉਸ ਸਮੇਂ ਕੋਈ ਖਾਸ ਚੀਜ਼ ਹੋਈ ਸੀ? ਉਹਨੇ ਤਿਉੜੀਆਂ ਚੜਾਈਆਂ। ਮੇਰਾ ਯਕੀਨ ਮੰਨੋ, ਮੈਂ ਇੱਕ ਦੰਤ ਚਿਕਿਤਸਕ ਨੂੰ ਗਾਹਕ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਉਹਦਾ ਨਾਂ ਨਹੀਂ ਲਾਂਗੀ, ਲੇਕਿਨ ਜੇ ਤੁਸੀਂ ਆਪਣੇ ਬੱਚੇ ਦੇ ਦੰਦਾਂ 'ਚ ਤਾਰ ਲਵਾਈ ਹੋਵੇ ਤਾਂ ਸ਼ਾਇਦ ਉਹਨੂੰ ਜਾਣਦੇ ਹੋਵੋ। ਮੈਂ ਸਾਰਾ ਕੁਝ ਸਾਫ਼-ਸਾਫ਼ ਦੱਸ ਦਿੱਤਾ। ਮੈਨੂੰ ਦੱਸਿਆ ਕਿ ਜੇ ਮੇਰੀ ਕੰਪਨੀ ਉਹਦਾ ਸਾਰਾ ਕਾਗਜ਼ੀ ਕੰਮ ਸੰਭਾਲ ਲਏਗੀ ਤਾਂ ਉਹਦਾ ਕਿੰਨਾ ਸਮਾਂ, ਮਿਹਨਤ ਤੇ ਪੈਸਾ ਬਚੇਗਾ। ਉਹਨੂੰ ਇਸ ਗੱਲ 'ਚ ਸਮਝਦਾਰੀ ਦਿਸੀ। ਉਹਨੇ ਮੂੰਹ ਜ਼ਬਾਨੀ ਆਪਣੀ ਸਹਿਮਤੀ ਦੇ ਦਿੱਤੀ, ਲੇਕਿਨ ਜਦ ਮੈਂ ਉਹਨੂੰ ਡਾਕ ਰਾਹੀਂ ਐਗਰੀਮੈਂਟ ਭੇਜਿਆ ਤਾਂ ਪਹਿਲਾਂ ਉਹਨੇ ਆਨਾਕਾਨੀ ਕੀਤੀ, ਫਿਰ ਪਿੱਛੇ ਹਟ ਗਿਆ। ਮੈਂ ਆਵੇਸ਼ਿਤ ਹੋ ਗਈ। ਇਸ ਤੋਂ ਬਾਅਦ? ਮੈਂ ਪੁੱਛਿਆ। ਉਸ ਤੋਂ ਬਾਅਦ ਇਹ ਬਾਰ-ਬਾਰ ਹੋਣ ਲੱਗਾ, ਰੂਥ ਨੇ ਕਿਹਾ। ਇੱਕ ਪਲ ਲਈ ਉਹਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਬਦਕਿਸਮਤੀ ਮੇਰੇ ਪਿੱਛੇ ਪਈ ਹੋਈ ਹੈ, ਕੋਈ ਦੂਜਾ ਕਾਰਨ ਹੀ ਨਹੀਂ ਹੈ। ਹਾਂ ਹੈ, ਮੈਂ ਉਹਨੂੰ ਕਿਹਾ। ਮੈਂ ਸਮਝਾਇਆ ਕਿ ਦੰਤ ਚਿਕਿਤਸਕ ਦੇ ਪ੍ਰਤੀ ਉਹਦੀ ਚਿੜ ਤੇ ਰੋਸ ਨੇ ਉਹਨੂੰ ਇਹ ਅਵਚੇਤਨ ਵਿਸ਼ਵਾਸ ਦਵਾ ਦਿੱਤਾ ਹੈ ਕਿ ਉਹਦੇ ਹੋਰ ਸੰਭਾਵਿਤ ਗਾਹਕ ਵੀ ਬਾਅਦ ਵਿੱਚ ਪਿੱਛੇ ਹਟ ਜਾਣਗੇ। ਇਸ ਵਿਸ਼ਵਾਸ ਨੇ ਕੁੰਠਾ, ਦੁਸ਼ਮਣੀ ਤੇ ਅੜਿੱਕਿਆਂ ਦਾ ਪੈਟਰਨ ਬਣਾ ਦਿੱਤਾ। ਉਹਨੇ ਆਪਣੇ ਮਨ 'ਚ ਆਖਰੀ ਮਿੰਟ ਵਿੱਚ ਐਗਰੀਮੈਂਟ ਕੈਂਸਲ ਹੋਣ ਦੀ ਆਸ਼ੰਕਾ ਬਣਾ ਲਈ। ਇੱਕ ਵਾਰ ਜਦੋਂ ਉਹਦੇ ਅਵਚੇਤਨ ਮਨ ਤੇ ਇਹ ਛਾਪ ਛੁੱਟ ਗਈ ਤੇ ਉਹਨਾਂ ਹਾਲਤਾਂ ਨੂੰ ਉਤਪੰਨ ਕਰਨ ਲੱਗਾ ਜਿਨ੍ਹਾਂ ਦਾ ਉਹਨੂੰ ਡਰ ਸੀ। ਹਰ ਅਸਫਲਤਾ ਇਸ ਵਿਸ਼ਵਾਸ ਨੂੰ ਦ੍ਰਿੜ ਬਣਾਉਂਦੀ ਸੀ ਕਿ ਉਹ ਅਸਫਲ ਹੋਣ ਲਈ ਹੈ। ਉਹਨੇ ਇੱਕ ਸ਼ੈਲੀ ਬਣਾ ਲਈ ਸੀ। ਗੱਲਬਾਤ ਦੌਰਾਨ ਰੂਥ ਨੂੰ ਸਮਝ 'ਚ ਆਉਣ ਲੱਗਾ ਕਿ ਸਮੱਸਿਆ ਉਹਦੇ ਆਪਣੇ ਮਸਤਿਸ਼ਕ ਵਿੱਚ ਸੀ। ਉਹਨੂੰ ਅਹਿਸਾਸ ਹੋ ਗਿਆ ਕਿ ਇਲਾਜ ਤਦੋਂ ਹੀ ਹੋ ਸਕਦਾ ਹੈ ਜਦੋਂ ਉਹ ਆਪਣੇ ਮਾਨਸਿਕ ਨਜ਼ਰੀਏ ਨੂੰ ਬਦਲ ਲਏਗੀ। ਉਹ ਇਸ ਤਰੀਕੇ ਨਾਲ ਮਨਨ ਕਰਨ ਲੱਗੀ। ਮੈਨੂੰ ਅਹਿਸਾਸ ਹੈ ਕਿ ਮੈਂ ਆਪਣੇ ਅਵਚੇਤਨ ਮਨ ਦੀ ਅਸੀਮ ਬੁੱਧੀਮੱਤਾ ਦੇ ਨਾਲ ਹੀ ਇਕਾਕਾਰ ਹਾਂ, ਜਿਹੜੀ ਕਿਸੇ ਰੁਕਾਵਟ, ਮੁਸ਼ਕਲ ਜਾਂ ਦੇਰੀ ਨੂੰ ਨਹੀਂ ਜਾਣਦੀ। ਮੈਂ ਸਭ ਤੋਂ ਵਧੀਆ ਸੁਖਮਈ ਆਸ ਨਾਲ ਜਿਉਂਦੀ ਹਾਂ। ਮੇਰਾ ਜ਼ਿਆਦਾ ਡੂੰਘਾ ਮਨ ਮੇਰੇ ਵਿਚਾਰਾਂ ਤੇ ਪ੍ਰਤੀਕਿਰਿਆ ਕਰਦਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਅਵਚੇਤਨ ਦੀ ਅਸੀਮ ਸ਼ਕਤੀ ਦਾ ਕੰਮ ਰੋਕਿਆ ਨਹੀਂ ਜਾ ਸਕਦਾ। ਅਸੀਮ ਬੁੱਧੀਮੱਤਾ ਜਿਹੜਾ ਕੁਝ ਵੀ ਸ਼ੁਰੂ ਕਰਦੀ ਹੈ ਉਹਨੂੰ ਹਮੇਸ਼ਾ ਸਫਲਤਾਪੂਰਵਕ ਪੂਰਾ ਕਰਦੀ ਹੈ। ਰਚਨਾਤਮਕ ਗਿਆਨ ਮੇਰੇ ਰਾਹੀਂ ਕੰਮ ਕਰਕੇ ਮੇਰੇ ਸਾਰੀਆਂ ਯੋਜਨਾਵਾਂ ਤੇ ਉਦੇਸ਼ਾਂ ਨੂੰ ਪੂਰਾ ਕਰਦਾ ਹੈ। ਮੈਂ ਜਿਹੜਾ ਕੁਝ ਵੀ ਸ਼ੁਰੂ ਕਰਦੀ ਹਾਂ ਉਹਨੂੰ ਸਫਲਤਾ ਨਾਲ ਪੂਰਾ ਕਰਦੀ ਹਾਂ। ਜੀਵਨ ਵਿੱਚ ਮੇਰਾ ਨਿਸ਼ਾਨਾ ਅਦਭੁਤ ਸੇਵਾ ਦੇਣਾ ਹੈ।
ਮੈਂ ਜਿਨ੍ਹਾਂ ਦੇ ਵੀ ਸੰਪਰਕ 'ਚ ਆਉਂਦੀਆਂ ਉਹ ਮੇਰੀਆਂ ਸੇਵਾਵਾਂ ਤੋਂ ਧੰਨ ਹੋ ਜਾਂਦੇ ਹੈ। ਮੇਰੇ ਸਾਰੇ ਕੰਮ ਦੈਵੀ ਵਿਧਾਨ 'ਚ ਪੂਰਨ ਉਪਭੋਗ ਤੱਕ ਪੁੱਜਦੇ ਹੈ। ਉਹਨੇ ਇਹ ਪ੍ਰਾਰਥਨਾ ਹਰ ਸਵੇਰੇ ਗਾਹਕਾਂ ਨੂੰ ਮਿਲਣ ਜਾਣ ਤੋਂ ਪਹਿਲਾਂ ਦੁਹਰਾਈ, ਹਰ ਰਾਤ ਸੌਣ ਤੋਂ ਪਹਿਲਾਂ ਵੀ ਇਹ ਪ੍ਰਾਰਥਨਾ ਦੁਹਰਾਈ। ਕੁਝ ਹੀ ਸਮੇਂ 'ਚ ਉਹਦੇ ਅਵਚੇਤਨ ਮਨ 'ਚ ਇੱਕ ਨਵੀਂ ਆਦਤ ਦਾ ਪੈਟਰਨ ਬਣ ਗਿਆ। ਛੇਤੀ ਉਹ ਇੱਕ ਵਾਰ ਫਿਰ ਤੋਂ ਸੰਭਾਵਿਤ ਗਾਹਕਾਂ ਨੂੰ ਕੰਪਨੀ ਦੇ ਸੌਦਿਆਂ ਤੇ ਸਾਈਨ ਕਰਾਉਣ 'ਚ ਸਫਲ ਹੋਣ ਲੱਗੀ। ਹੁਣ ਉਹ ਬਦਕਿਸਮਤੀ ਦਾ ਸ਼ਿਕਾਰ ਹੋਣ ਦੇ ਸਾਰੇ ਵਿਚਾਰ ਭੁੱਲ ਚੁੱਕੀ ਸੀ। ਤੁਸੀਂ ਜੋ ਚਾਹੁੰਦੇ ਹੋ ਉਹਨੂੰ ਕਿੰਨਾ ਚਾਹੁੰਦੇ ਹੋ? ਕਿਹਾ ਜਾਂਦਾ ਹੈ ਕਿ ਇੱਕ ਨੌਜਵਾਨ ਨੇ ਸੁਕਰਾਤ ਨੂੰ ਪੁੱਛਿਆ ਕਿ ਉਹਨੂੰ ਬੁੱਧੀ ਕਿਵੇਂ ਮਿਲ ਸਕਦੀ ਹੈ। ਮੇਰੇ ਨਾਲ ਆਓ, ਸੁਕਰਾਤ ਨੇ ਜਵਾਬ ਦਿੱਤਾ। ਉਸ ਨੌਜਵਾਨ ਨੂੰ ਨਦੀ ਤੱਕ ਲੈ ਗਏ ਤੇ ਉਹਦਾ ਸਿਰ ਪਾਣੀ 'ਚ ਡੁਬੋਤਾ। ਉਹਨਾਂ ਨੇ ਉਹਨੂੰ ਤਦ ਤੱਕ ਡੁਬੋਈ ਰੱਖਿਆ ਜਦ ਤੱਕ ਕਿ ਨੌਜਵਾਨ ਹਵਾ ਲਈ ਬੁਰੀ ਤਰ੍ਹਾਂ ਛਟਪਟਾਉਣ ਨਹੀਂ ਲੱਗਾ। ਫਿਰ ਉਹਨਾਂ ਨੇ ਉਹਨੂੰ ਛੱਡਤਾ। ਜਦੋਂ ਨੌਜਵਾਨ ਦੀ ਹਾਲਤ ਠੀਕ ਹੋ ਗਈ ਤਾਂ ਸੁਕਰਾਤ ਨੂੰ ਉਹਨੇ ਪੁੱਛਿਆ, ਜਦੋਂ ਤੁਹਾਡਾ ਸਿਰ ਪਾਣੀ 'ਚ ਡੁੱਬਿਆ ਸੀ ਤਾਂ ਤੁਹਾਨੂੰ ਕਿਸ ਚੀਜ਼ ਦੀ ਸਭ ਤੋਂ ਜ਼ਿਆਦਾ ਚਾਹਤ ਸੀ? ਹਵਾ ਦੀ, ਨੌਜਵਾਨ ਦਾ ਜਵਾਬ ਸੀ। ਸੁਕਰਾਤ ਨੇ ਹੌਲੀ ਦੇ ਕੇ ਸਿਰ ਹਿਲਾਇਆ। ਜਦੋਂ ਤੁਸੀਂ ਬੁੱਧੀਮਤਾ ਨੂੰ ਓਨਾ ਹੀ ਚਾਹੁਣ ਲੱਗੋਗੇ ਜਿੰਨਾ ਕਿ ਪਾਣੀ 'ਚ ਡੁੱਬਦੇ ਵੇਲੇ ਹਵਾ ਨੂੰ ਚਾਹੁੰਦੇ ਸੀ ਤਾਂ ਇਹ ਤੁਹਾਨੂੰ ਮਿਲ ਜਾਏਗੀ। ਇਸ ਤਰ੍ਹਾਂ ਜਦ ਪਹਿਲਾ ਤੁਹਾਡੇ ਮਨ 'ਚ ਜੀਵਨ ਦੀ ਕਿਸੇ ਨਿਸ਼ਚਿਤ ਰੁਕਾਵਟ ਨੂੰ ਪਾਰ ਕਰਨ ਦੀ ਤੀਬਰ, ਡੂੰਘੀ ਤੇ ਸੱਚੀ ਇੱਛਾ ਹੋਏਗੀ। ਦੂਜਾ, ਤੁਸੀਂ ਇੱਕ ਨਿਸ਼ਚਿਤ ਨਿਰਣੇ ਤੇ ਪੁੱਜੋਗੇ ਕਿ ਕੋਈ ਰਾਹ ਹੈ। ਤੇ ਤੀਸਰਾ, ਤੁਸੀਂ ਵਿਸ਼ਵਾਸ ਨਾਲ ਫੈਸਲਾ ਕਰੋਗੇ ਕਿ ਇਹੀ ਉਹ ਰਾਹ ਹੈ ਜਿਸ ਤੇ ਤੁਸੀਂ ਚੱਲਣਾ ਚਾਹੁੰਦੇ ਹੋ, ਤਾਂ ਜਿੱਤ ਪੱਕੀ ਹੈ। ਜੇਕਰ ਤੁਸੀਂ ਸੱਚਮੁੱਚ ਮਾਨਸਿਕ ਤੇ ਆਂਤਰਿਕ ਸ਼ਾਂਤੀ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਮਿਲ ਜਾਏਗੀ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਨਾਲ ਕਿੰਨਾ ਅਨਿਆਂਪੂਰਨ ਵਿਵਹਾਰ ਹੋਇਆ, ਜਾਂ ਬੌਸ ਨੇ ਕਿੰਨਾ ਅਨੁਚਿਤ ਪੱਖਪਾਤ ਕੀਤਾ ਹੈ, ਜਾਂ ਕਿਸੇ ਨੇ ਤੁਹਾਡੇ ਨਾਲ ਕਿੰਨਾ ਘਟੀਆ ਕੰਮ ਕੀਤਾ ਹੈ। ਜਦੋਂ ਤੁਸੀਂ ਆਪਣੀ ਮਾਨਸਿਕ ਤੇ ਅਧਿਆਤਮਕ ਸ਼ਕਤੀਆਂ ਬਾਰੇ ਸੁਚੇਤ ਹੋ ਜਾਂਦੇ ਹੋ ਤਾਂ ਤੁਹਾਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਚਾਹੁੰਦੇ ਹੋ ਤੇ ਤੁਸੀਂ ਨਿਸ਼ਚਿਤ ਤੌਰ ਤੇ ਨਫ਼ਰਤ, ਗੁੱਸੇ, ਦੁਸ਼ਮਣੀ ਤੇ ਦੁਰਭਾਵਨਾ ਦੇ ਚੋਰਾਂ ਨੂੰ ਵਿਚਾਰਾਂ ਨੂੰ ਆਪਣੀ ਸ਼ਾਂਤੀ, ਇਕਸੁਰਤਾ, ਸਿਹਤ ਤੇ ਖੁਸ਼ੀ ਨਹੀਂ ਲੁੱਟਣ ਦਿੰਦੇ। ਜਦ ਤੁਸੀਂ ਆਪਣੇ ਵਿਚਾਰਾਂ ਨੂੰ ਜੀਵਨ ਦੇ ਟੀਚਿਆਂ ਨਾਲ ਇਕਾਗਰ ਕਰਨ ਦੀ ਆਦਤ ਸਿੱਖ ਲੈਂਦੇ ਹੋ ਤਾਂ ਤੁਸੀਂ ਲੋਕਾਂ, ਹਾਲਤਾਂ, ਖਬਰਾਂ ਤੇ ਘਟਨਾਵਾਂ ਤੋਂ ਵਿਚਲਿਤ ਹੋਣਾ ਛੱਡ ਦਿੰਦੇ ਹੋ। ਤੁਹਾਡਾ ਨਿਸ਼ਾਨਾ ਸ਼ਾਂਤੀ, ਸਿਹਤ, ਪ੍ਰੇਰਨਾ, ਇਕਸੁਰਤਾ ਤੇ ਸਮਰਿੱਧੀ ਹੈ। ਮਹਿਸੂਸ ਕਰੋ ਕਿ ਸ਼ਾਂਤੀ ਦਾ ਦਰਿਆ ਤੁਹਾਡੇ ਅੰਦਰ ਇਸੇ ਸਮੇਂ ਵਗ ਰਿਹਾ ਹੈ। ਤੁਹਾਡਾ ਵਿਚਾਰ ਅਮੂਰਤ ਤੇ ਅਦ੍ਰਿਸ਼ ਸ਼ਕਤੀ ਹੈ ਤੇ ਤੁਸੀਂ ਇਹਦੀ ਚੋਣ ਆਪਣੇ ਆਪ ਨੂੰ ਦੁਆ ਦੇਣ, ਪ੍ਰੇਰਿਤ ਕਰਨ ਤੇ ਸ਼ਾਂਤੀ ਪਾਉਣ ਲਈ ਕਰਦੇ ਹੋ। ਉਸ ਦਾ ਉਪਚਾਰ ਕਿਉਂ ਨਹੀਂ ਹੋ ਪਾਇਆ? ਐਲਨ ਐਸ ਇੱਕ ਪ੍ਰਮੁੱਖ ਪਾਠ ਪੁਸਤਕ ਵਿਤਰਕ ਦਾ ਫੀਲਡ ਰਿਪਰੈਜ਼ੈਂਟੇਟਿਵ ਸੀ। ਉਹ ਸ਼ਾਦੀशुदा ਸੀ, ਉਹਦੇ 4 ਬੱਚੇ ਸੀ, ਲੇਕਿਨ ਬਿਜ਼ਨਸ ਟੂਰਸ ਦੌਰਾਨ ਇੱਕ ਹੋਰ ਮਹਿਲਾ ਨਾਲ ਉਹਦੇ ਨਜਾਇਜ਼ ਸੰਬੰਧ ਚੱਲਦੇ ਸੀ। ਜਦੋਂ ਮੈਨੂੰ ਮਿਲਣ ਆਇਆ ਤਾਂ ਨਿਰਾਸ਼ ਤੇ ਚਿੜਚਿੜਾ ਸੀ। ਉਹਨੂੰ ਬਿਨਾਂ ਗੋਲੀਆਂ ਦੇ ਨੀਂਦ ਨਹੀਂ ਆਉਂਦੀ ਸੀ ਤੇ ਉਹਨੂੰ ਹਾਈ ਬਲੱਡ ਪ੍ਰੈਸ਼ਰ ਤੇ ਬਹੁਤ ਹੀ ਅੰਦਰੂਨੀ ਦਰਦ ਸੀ, ਜਿਨ੍ਹਾਂ ਨੂੰ ਡਾਕਟਰ ਨਾ ਤਾਂ ਫੜ ਪਾ ਰਹੇ ਸੀ ਤੇ ਨਾ ਹੀ ਇਲਾਜ ਹੋ ਪਾ ਰਿਹਾ ਸੀ। ਸਥਿਤੀ ਹੋਰ ਵੀ ਵਿਗੜ ਗਈ ਜਦੋਂ ਬੜੀ ਸ਼ਰਾਬ ਪੀਣ ਲੱਗਾ। ਸਾਨੂੰ ਛੇਤੀ ਪਤਾ ਲੱਗ ਗਿਆ ਇਹ ਸਾਰਾ ਕੁਝ ਉਹਦੇ ਅਪਰਾਧ ਦਾ ਡੂੰਘਾ ਅਵਚੇਤਨ ਬੋਧ ਸੀ। ਉਹ ਜਿਸ ਧਾਰਮਿਕ ਆਸਥਾ ਨਾਲ ਪਲਿਆ ਵਧਿਆ ਸੀ, ਉਹਦੇ ਅਵਚੇਤਨ ਮਨ ਦੀ ਡੂੰਘਾਈ 'ਚ ਮੌਜੂਦ ਸੀ। ਉਹਦੀ ਧਾਰਮਿਕ ਆਸਥਾ ਵਿਆਹ ਦੀ ਪਵਿੱਤਰਤਾ ਉੱਤੇ ਜ਼ੋਰ ਦਿੰਦੀ ਸੀ, ਲੇਕਿਨ ਉਹ ਲਗਾਤਾਰ ਉਹਨਾਂ ਦੀ ਖੁੱਲ੍ਹੀ ਉਲੰਘਣਾ ਕਰ ਰਿਹਾ ਸੀ। ਉਹ ਅਪਰਾਧ ਬੋਧ ਤੇ ਜ਼ਖਮ ਨੂੰ ਭਰਨ ਦੀ ਬੇਅਰਥੀ ਕੋਸ਼ਿਸ਼ 'ਚ ਜ਼ਿਆਦਾ ਪੀਣ ਲੱਗਾ। ਜਿਸ ਤਰ੍ਹਾਂ ਕੋਈ ਰੋਗੀ ਆਪਣੇ ਭਿਅੰਕਰ ਦਰਦ ਲਈ ਮਾਰਫੀਨ ਤੇ ਕੋਡੀਨ ਲੈ ਲੈਂਦਾ ਹੈ, ਉਸੇ ਤਰ੍ਹਾਂ ਉਹ ਆਪਣੇ ਮਾਨਸਿਕ ਦਰਦ ਜਾਂ ਜ਼ਖਮ ਲਈ ਸ਼ਰਾਬ ਪੀਣ ਲੱਗਾ। ਇਹ ਅੱਗ 'ਚ ਘਿਓ ਪਾਉਣ ਵਰਗੀ ਪੁਰਾਣੀ ਕਹਾਣੀ ਹੈ। ਸਪਸ਼ਟੀਕਰਨ ਤੇ ਇਲਾਜ। ਉਹਨੇ ਛੇਤੀ ਮੇਰਾ ਸਪਸ਼ਟੀਕਰਨ ਸੁਣਿਆ। ਉਹਦਾ ਮਸਤਿਸ਼ਕ ਕਿਵੇਂ ਕੰਮ ਕਰਦਾ ਹੈ, ਉਹਨੇ ਆਪਣੀ ਸਮੱਸਿਆ ਦਾ ਸਾਹਮਣਾ ਕੀਤਾ, ਉਸ ਤੇ ਗੌਰ ਨਾਲ ਵਿਚਾਰ ਕੀਤਾ, ਆਖਰ ਨਜਾਇਜ਼ ਸੰਬੰਧ ਨੂੰ ਛੱਡਣ ਦਾ ਫੈਸਲਾ ਕੀਤਾ। ਉਹਨੂੰ ਇਹ ਵੀ ਅਹਿਸਾਸ ਹੋਇਆ ਕਿ ਉਹਦਾ ਪੀਣਾ ਪਲਾਇਨ ਦੀ ਅਵਚੇਤਨ ਕੋਸ਼ਿਸ਼ ਸੀ। ਛੁਪਿਆ ਹੋਇਆ ਕਾਰਨ ਉਹਦੇ ਅਵਚੇਤਨ ਮਨ ਵਿੱਚ ਕਾਬਜ਼ ਸੀ ਤੇ ਉਹਦਾ ਸਫਾਇਆ ਕੀਤਾ ਜਾਣਾ ਸੀ। ਇਸ ਤੋਂ ਬਾਅਦ ਵੀ ਹੀ ਉਪਚਾਰ ਹੋ ਸਕਦਾ ਸੀ। ਉਹ ਦਿਨ 'ਚ ਤਿੰਨ ਵਾਰ ਇਸ ਪ੍ਰਾਰਥਨਾ ਨਾਲ ਆਪਣੇ ਅਵਚੇਤਨ ਮਨ ਤੇ ਛਾਪ ਛੱਡਣ ਲੱਗਾ। ਮੇਰਾ ਮਸਤਿਸ਼ਕ ਸ਼ਾਂਤੀ, ਸੰਤੁਲਨ ਤੇ ਇਕਸੁਰਤਾ ਨਾਲ ਭਰਿਆ ਪਿਆ ਹੈ। ਈਸ਼ਵਰ ਮੇਰੇ ਅੰਦਰ ਮੁਸਕਰਾਉਂਦੀ ਸ਼ਾਂਤੀ ਨਾਲ ਆਰਾਮ ਕਰ ਰਹੀ ਹੈ। ਮੈਂ ਅਤੀਤ, ਵਰਤਮਾਨ ਜਾਂ ਭਵਿੱਖ ਦੀ ਕਿਸੇ ਚੀਜ਼ ਤੋਂ ਨਹੀਂ ਡਰਦਾ। ਮੇਰੇ ਅਵਚੇਤਨ ਮਨ ਦੀ ਅਸੀਮ ਬੁੱਧੀਮਤਾ ਸਾਰੇ ਤਰੀਕਿਆਂ ਨਾਲ
ਮੇਰੀ ਅਗਵਾਈ, ਨਿਰਦੇਸ਼ਨ ਤੇ ਮਾਰਗਦਰਸ਼ਨ ਕਰ ਰਹੀ ਹੈ। ਮੈਂ ਹੁਣ ਹਰ ਸਥਿਤੀ ਦਾ ਸਾਹਮਣਾ ਆਸਥਾ, ਸੰਤੁਲਨ, ਸ਼ਾਂਤੀ ਤੇ ਵਿਸ਼ਵਾਸ ਨਾਲ ਕਰਦਾ। ਮੈਂ ਹੁਣ ਇਸ ਆਦਤ ਤੋਂ ਪੂਰੀ ਤਰ੍ਹਾਂ ਮੁਕਤ ਹਾਂ। ਮੇਰਾ ਮਸਤਿਸ਼ਕ ਆਂਤਰਿਕ ਸ਼ਾਂਤੀ, ਸੁਤੰਤਰਤਾ ਤੇ ਖੁਸ਼ੀ ਨਾਲ ਭਰਿਆ ਹੈ। ਮੈਂ ਆਪਣੇ ਆਪ ਨੂੰ ਖਿਮਾ ਕਰਦਾ, ਫਿਰ ਮੈਨੂੰ ਵੀ ਖਿਮਾ ਕੀਤਾ ਜਾਂਦਾ ਹੈ। ਸ਼ਾਂਤੀ, ਸੰਜਮ ਤੇ ਵਿਸ਼ਵਾਸ ਮੇਰੇ ਮਸਤਿਸ਼ਕ ਤੇ ਰਾਜ ਕਰਦੇ ਹਨ। ਜਦੋਂ ਨੇ ਪ੍ਰਾਰਥਨਾ ਦੁਹਰਾਈ ਤਾਂ ਪੂਰੀ ਤਰ੍ਹਾਂ ਨਾਲ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਸੀ ਤੇ ਕਿਉਂ ਕਰ ਰਿਹਾ ਸੀ। ਉਹ ਕੀ ਕਰ ਰਿਹਾ ਸੀ, ਇਹਦੇ ਗਿਆਨ ਨੇ ਉਹਨੂੰ ਲੋੜੀਂਦਾ ਵਿਸ਼ਵਾਸ ਤੇ ਆਸਥਾ ਦਿੱਤੀ। ਮੈਂ ਉਹਨੂੰ ਸਮਝਾਇਆ, ਜਦੋਂ ਇਹਨਾਂ ਵਾਕਾਂ ਨੂੰ ਜ਼ੋਰ ਨਾਲ, ਹੌਲੀ-ਹੌਲੀ, ਪ੍ਰੇਮ ਨਾਲ ਤੇ ਅਰਥਪੂਰਨ ਢੰਗ ਨਾਲ ਦੁਹਰਾਏਗਾ ਤਾਂ ਹੌਲੀ-ਹੌਲੀ ਉਹਦੇ ਅਵਚੇਤਨ ਮਨ ਅੰਦਰ ਉਤਰ ਜਾਣਗੇ। ਬੀਜਾਂ ਵਾਂਗ ਉਹ ਵੀ ਵੱਡੇ ਹੋ ਕੇ ਫੈਲ ਜਾਣਗੇ। ਉਹਦੇ ਕੰਨ ਆਵਾਜ਼ ਸੁਣਦੇ ਸਨ ਤੇ ਸ਼ਬਦਾਂ ਦੇ ਉਪਚਾਰਕ ਕੰਪਨ ਉਹਦੇ ਅਵਚੇਤਨ ਮਨ ਤੱਕ ਪੁੱਜ ਕੇ ਉਹਨਾਂ ਸਾਰੇ ਨਕਾਰਾਤਮਕ ਮਾਨਸਿਕ ਪੈਟਰਨਾਂ ਨੂੰ ਮਿਟਾ ਦਿੰਦੇ ਸਨ ਜਿਨ੍ਹਾਂ ਨੇ ਉਹਦੀਆਂ ਸਮੱਸਿਆਵਾਂ ਨੂੰ ਪੈਦਾ ਕੀਤਾ ਸੀ। ਪ੍ਰਕਾਸ਼ ਹਨੇਰੇ ਨੂੰ ਦੂਰ ਕਰ ਦਿੰਦਾ ਹੈ। ਸਿਰਜਣਾਤਮਕ ਵਿਚਾਰ ਨਕਾਰਾਤਮਕ ਵਿਚਾਰਾਂ ਨੂੰ ਨਸ਼ਟ ਕਰ ਦਿੰਦੇ ਹੈ। ਉਹ ਮਹੀਨੇ ਅੰਦਰ ਹੀ ਬਦਲ ਗਏ। ਮੰਨਣ ਤੋਂ ਇਨਕਾਰ ਕਰਨਾ। ਜੇ ਤੁਸੀਂ ਸ਼ਰਾਬੀ ਜਾਂ ਮਾਦਕ ਪਦਾਰਥਾਂ ਦੇ ਆਦੀ ਹੋ ਤਾਂ ਇਹਨੂੰ ਸਵੀਕਾਰ ਕਰੋ, ਬਚਣ ਦੀ ਗੱਲ ਨਾ ਕਰੋ। ਕਈ ਲੋਕ ਸ਼ਰਾਬੀ ਇਸ ਲਈ ਬਣੇ ਰਹਿੰਦੇ ਕਿਉਂਕਿ ਉਹ ਇਹਨੂੰ ਸਵੀਕਾਰ ਨਹੀਂ ਕਰਦੇ। ਤੁਹਾਡੀ ਬਿਮਾਰੀ ਇੱਕ ਅਸਥਿਰਤਾ ਹੈ, ਇੱਕ ਆਂਤਰਿਕ ਡਰ ਹੈ। ਤੁਸੀਂ ਜੀਵਨ ਦਾ ਸਾਹਮਣਾ ਕਰਨ ਤੋਂ ਇਨਕਾਰ ਕਰ ਰਹੇ ਹੋ, ਇਸ ਲਈ ਤੁਸੀਂ ਸ਼ਰਾਬ ਰਾਹੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹੋ। ਸ਼ਰਾਬੀ ਦੇ ਤੌਰ ਤੇ ਤੁਹਾਡੀ ਆਪਣੀ ਕੋਈ ਇੱਛਾ ਨਹੀਂ ਹੈ ਕਿਉਂਕਿ ਤੁਸੀਂ ਸੋਚ ਸਕਦੇ ਹੋ ਕਿ ਕੀ ਹੈ। ਹੋ ਸਕਦਾ ਤੁਸੀਂ ਆਪਣੀ ਇੱਛਾ ਸ਼ਕਤੀ ਬਾਰੇ ਡੀਂਗਾਂ ਵੀ ਮਾਰਦੇ ਹੋ। ਜੇ ਤੁਸੀਂ ਆਦਤਨ ਸ਼ਰਾਬੀ ਹੋ ਤੇ ਹਿੰਮਤ ਨਾਲ ਇਹ ਤਸਦੀਕ ਕਰਦੇ ਹੋ, ਹੁਣ ਮੈਂ ਇਹਨੂੰ ਕਦੇ ਨਹੀਂ ਛੂਹਾਂਗਾ, ਤਾਂ ਤੁਹਾਡੇ ਅੰਦਰ ਇਸ ਪੁਸ਼ਟੀ ਨੂੰ ਸਹੀ ਸਾਬਤ ਕਰਨ ਦੀ ਸ਼ਕਤੀ ਨਹੀਂ ਹੈ। ਕਾਰਨ ਹੈ ਕਿ ਤੁਸੀਂ ਇਹ ਨਹੀਂ ਜਾਣਦੇ ਕਿ ਸ਼ਕਤੀ ਨੂੰ ਕਿੱਥੇ ਲੱਭਣਾ ਹੈ। ਦਰਅਸਲ ਤੁਸੀਂ ਆਪਣੀ ਬਣਾਈ ਗਈ ਮਨੋਵਿਗਿਆਨਕ ਜੇਲ੍ਹ 'ਚ ਰਹਿ ਰਹੇ ਹੋ। ਤੁਸੀਂ ਆਪਣੇ ਵਿਸ਼ਵਾਸਾਂ, ਰਾਵਾਂ, ਸਿਖਲਾਈ ਤੇ ਮਾਹੌਲ ਦੇ ਪ੍ਰਭਾਵਾਂ ਦੀਆਂ ਬੇੜੀਆਂ ਨਾਲ ਜਕੜੇ ਹੋਏ ਹੋ। ਜ਼ਿਆਦਾਤਰ ਲੋਕਾਂ ਵਾਂਗ ਤੁਸੀਂ ਵੀ ਆਦਤ ਦੇ ਗੁਲਾਮ ਹੋ। ਤੁਸੀਂ ਜਿਸ ਤਰ੍ਹਾਂ ਨਾਲ ਪ੍ਰਤੀਕਿਰਿਆ ਕਰਦੇ ਹੋ ਉਸ ਦੇ ਲਈ ਕੰਡੀਸ਼ਨਡ ਹੋ। ਸੁਤੰਤਰਤਾ ਦੇ ਵਿਚਾਰ ਬਣਾਉਣੇ। ਤੁਸੀਂ ਆਪਣੀ ਮਾਨਸਿਕਤਾ ਵਿੱਚ ਸੁਤੰਤਰਤਾ ਦੇ ਮਾਨਸਿਕ ਸ਼ਾਂਤੀ ਦਾ ਵਿਚਾਰ ਭਰ ਸਕਦੇ ਹੋ ਤਾਂ ਕਿ ਤੁਹਾਡੇ ਅਵਚੇਤਨ ਡੂੰਘਾਈ ਤੱਕ ਪੁੱਜ ਜਾਵੇ। ਅਵਚੇਤਨ ਮਨ ਸਰਵ ਸ਼ਕਤੀਮਾਨ ਹੈ, ਇਸ ਲਈ ਇਹ ਤੁਹਾਨੂੰ ਸ਼ਰਾਬ ਪੀਣ ਦੀ ਇੱਛਾ ਤੋਂ ਮੁਕਤ ਕਰ ਦੇਵੇਗਾ। ਇਸ ਮੋੜ ਉੱਤੇ ਤੁਹਾਨੂੰ ਇੱਕ ਨਵੀਂ ਸਮਝ ਮਿਲੇਗੀ ਕਿ ਤੁਹਾਡਾ ਦਿਮਾਗ ਕਿਵੇਂ ਕੰਮ ਕਰਦਾ ਹੈ। ਤੁਹਾਨੂੰ ਆਪਣੇ ਅੰਦਰ ਅਨੰਤ ਵਸੀਲੇ ਮਿਲਣਗੇ ਜਿਨ੍ਹਾਂ ਰਾਹੀਂ ਤੁਸੀਂ ਆਪਣੀ ਗੱਲ ਨੂੰ ਸੱਚ ਸਾਬਤ ਕਰ ਸਕਦੇ ਹੋ। 51% ਉਪਚਾਰ। ਜੇ ਤੁਹਾਡੇ ਮਨ 'ਚ ਕਿਸੇ ਵਿਨਾਸ਼ਕ ਆਦਤ ਤੋਂ ਛੁਟਕਾਰਾ ਪਾਉਣ ਦੀ ਇੱਕ ਪ੍ਰਬਲ ਇੱਛਾ ਹੈ ਤਾਂ ਤੁਹਾਡਾ 51% ਇਲਾਜ ਪਹਿਲਾਂ ਹੀ ਹੋ ਚੁੱਕਿਆ ਹੈ। ਜਦ ਤੁਹਾਡੀ ਮਾੜੀ ਆਦਤ ਨੂੰ ਛੱਡਣ ਦੀ ਇੱਛਾ ਇਹਨੂੰ ਜਾਰੀ ਰੱਖਣ ਦੀ ਲੋੜ ਤੋਂ ਜ਼ਿਆਦਾ ਵੱਡੀ ਹੋ ਜਾਂਦੀ ਹੈ ਤਾਂ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਪੂਰਨ ਸੁਤੰਤਰਤਾ ਸਿਰਫ ਇੱਕ ਕਦਮ ਦੂਰ ਹੈ। ਜਿਹੜਾ ਵੀ ਵਿਚਾਰ ਤੁਸੀਂ ਆਪਣੇ ਦਿਮਾਗ 'ਚ ਲੰਗਰ ਵਾਂਗ ਪਾਉਂਦੇ ਹੋ, ਤੁਹਾਡਾ ਮਸਤਿਸ਼ਕ ਉਹਦਾ ਵਿਸਤਾਰ ਕਰਦਾ ਹੈ। ਮਸਤਿਸ਼ਕ ਨੂੰ ਸੁਤੰਤਰਤਾ ਦਾ ਸੰਕਲਪ, ਭਾਵ ਵਿਨਾਸ਼ਕ ਆਦਤ ਤੋਂ ਛੁਟਕਾਰਾ ਤੇ ਮਾਨਸਿਕ ਸ਼ਾਂਤੀ ਤੇ ਕੇਂਦਰਿਤ ਕਰੋ। ਇਸ ਨੂੰ ਧਿਆਨ ਦੀ ਨਵੀਂ ਦਿਸ਼ਾ ਤੇ ਕੇਂਦਰਿਤ ਕਰੋ। ਇਸ ਨਾਲ ਤੁਸੀਂ ਇਹੋ ਜਿਹੀਆਂ ਭਾਵਨਾਵਾਂ ਉਤਪੰਨ ਕਰਦੇ ਹੋ ਜਿਹੜੀਆਂ ਸੁਤੰਤਰਤਾ ਤੇ ਸ਼ਾਂਤੀ ਦੇ ਸੰਕਲਪ ਨੂੰ ਹੌਲੀ-ਹੌਲੀ ਗ੍ਰਹਿਣ ਕਰ ਲੈਂਦੀਆਂ ਹਨ। ਤੁਸੀਂ ਜਿਸ ਵੀ ਵਿਚਾਰ ਨੂੰ ਇਸ ਤਰੀਕੇ ਨਾਲ ਭਾਵਨਾਤਮਕ ਬਣਾਉਂਦੇ ਹੋ, ਉਹਨੂੰ ਤੁਹਾਡਾ ਉਚੇਤਨ ਮਨ ਸਵੀਕਾਰ ਕਰ ਲੈਂਦਾ ਹੈ ਤੇ ਸਾਕਾਰ ਕਰ ਲੈਂਦਾ ਹੈ। ਅਦਲਾ ਬਦਲੀ ਦਾ ਨਿਯਮ। ਇਹ ਜਾਣ ਲਓ ਕਿ ਤੁਹਾਡੇ ਸੰਤਾਪ ਤੋਂ ਕੋਈ ਚੰਗੀ ਚੀਜ਼ ਉਤਪੰਨ ਹੋ ਸਕਦੀ ਹੈ। ਤੁਸੀਂ ਬੇਵਜ੍ਹਾ ਸੰਤਾਪ ਨਹੀਂ ਚੁੱਕੇ। ਬਹਰਹਾਲ ਸੰਤਾਪ ਉਠਾਉਂਦੇ ਰਹਿਣਾ ਮੂਰਖਤਾ ਹੈ। ਜੇ ਤੁਸੀਂ ਸ਼ਰਾਬੀ ਬਣੇ ਰਹਿੰਦੇ ਹੋ ਤਾਂ ਇਸ ਨਾਲ ਮਾਨਸਿਕ ਤੇ ਸਰੀਰਕ ਵਿਗਾੜ ਜਾਂ ਪਤਨ ਹੋਏਗਾ। ਮਹਿਸੂਸ ਕਰੋ ਕਿ ਅਵਚੇਤਨ ਦੀ ਸ਼ਕਤੀ ਤੁਹਾਡਾ ਸਾਥ ਦੇ ਰਹੀ ਹੈ। ਹਾਲਾਂਕਿ ਤੁਹਾਨੂੰ ਮਾਨਸਿਕ ਵਿਸ਼ਾਦ ਹੋ ਸਕਦਾ ਹੈ, ਪਰ ਤੁਸੀਂ ਭਾਵੀ ਸੁਤੰਤਰਤਾ ਦੀ ਸੁਖਮਈ ਕਲਪਨਾ ਸ਼ੁਰੂ ਕਰ ਸਕਦੇ ਹੋ ਜਿਹੜੀ ਤੁਹਾਡੇ ਅੰਦਰ ਭਰੀ ਹੋਈ ਹੈ। ਇਹ ਅਦਲਾ ਬਦਲੀ ਸਬਸਟੀਟਿਊਸ਼ਨ ਦਾ ਨਿਯਮ ਹੈ। ਤੁਹਾਡੀ ਕਲਪਨਾ ਤੁਹਾਨੂੰ ਸ਼ਰਾਬ ਦੀ ਬੋਤਲ ਤੱਕ ਲੈ ਗਈ। ਇਹਨੂੰ ਹੁਣ ਸੁਤੰਤਰਤਾ ਤੇ ਮਾਨਸਿਕ ਸ਼ਾਂਤੀ ਤੱਕ ਲੈ ਜਾਣ ਦਿਓ। ਤੁਹਾਨੂੰ ਥੋੜੀ ਤਕਲੀਫ ਹੋਏਗੀ, ਲੇਕਿਨ ਇਹ ਸਿਰਜਣਾਤਮਕ ਉਦੇਸ਼ ਲਈ ਹੋਏਗੀ। ਤੁਸੀਂ ਇਹਨੂੰ ਉਸੇ ਤਰ੍ਹਾਂ ਸਹਿਣ ਕਰੋਗੇ ਜਿਵੇਂ ਮਾਂ ਜਣੇਪੇ ਦੀ ਪੀੜ ਨੂੰ ਸਹਿਣ ਕਰਦੀ ਹੈ। ਤੁਹਾਡਾ ਮਸਤਿਸ਼ਕ ਵਿੱਚ ਇੱਕ ਬੱਚੇ ਦਾ ਜਨਮ ਹੋਏਗਾ। ਤੁਹਾਡਾ ਅਵਚੇਤਨ ਸੰਜਮ ਨੂੰ ਜਨਮ ਦੇਵੇਗਾ। ਸ਼ਰਾਬ ਨੋਸ਼ੀ ਦੇ ਕਾਰਨ। ਸ਼ਰਾਬ ਨੋਸ਼ੀ ਦਾ ਅਸਲ ਕਾਰਨ ਨਕਾਰਾਤਮਕ ਤੇ ਵਿਨਾਸ਼ਕ ਸੋਚ ਹੈ। ਜਿਵੇਂ
ਇਨਸਾਨ ਸੋਚਦਾ ਹੈ ਤਿਵੇਂ ਹੀ ਹੁੰਦਾ ਹੈ। ਸ਼ਰਾਬੀ 'ਚ ਹੀਣ ਭਾਵਨਾ, ਅਸਮਰਥਤਾ, ਕੁੰਠਾ ਤੇ ਹਾਰ ਦਾ ਡੂੰਘਾ ਅਹਿਸਾਸ ਹੁੰਦਾ ਹੈ। ਅਕਸਰ ਇਹਨਾਂ ਨਾਲ ਡੂੰਘੀ ਆਂਤਰਿਕ ਦੁਸ਼ਮਣੀ ਵੀ ਹੁੰਦੀ ਹੈ। ਵਿਅਕਤੀ ਕੋਲ ਅਨੰਤ ਬਹਾਨੇ ਹੁੰਦੇ ਆ ਜਿਨ੍ਹਾਂ ਨਾਲ ਉਹ ਆਪਣੇ ਸ਼ਰਾਬੀ ਪੁਣੇ ਦਾ ਬਚਾਅ ਕਰ ਸਕਦਾ ਹੈ, ਲੇਕਿਨ ਅਸਲ ਕਾਰਨ ਵਿਅਕਤੀ ਦਾ ਵਿਚਾਰਕ ਜੀਵਨ ਹੁੰਦਾ ਹੈ। 3 ਜਾਦੂਈ ਕਦਮ। ਪਹਿਲਾ ਕਦਮ, ਸਥਿਰ ਹੋ ਜਾਓ, ਮਸਤਿਸ਼ਕ ਨੂੰ ਸ਼ਾਂਤ ਕਰ ਲਓ, ਉਨੀਂਦਰੀ ਨਿਸ਼ਕਰੀ ਅਵਸਥਾ 'ਚ ਪਹੁੰਚ ਜਾਓ। ਇਸ ਸ਼ਿਥਲ, ਸ਼ਾਂਤ, ਗ੍ਰਹਿਣਸ਼ੀਲ ਅਵਸਥਾ 'ਚ ਤੁਸੀਂ ਦੂਜੇ ਕਦਮ ਦੀ ਤਿਆਰੀ ਕਰ ਰਹੇ ਹੋ। ਦੂਜਾ ਕਦਮ, ਇੱਕ ਸੰਖੇਪਤ ਵਾਕ ਲਓ ਜਿਹਨੂੰ ਆਸਾਨੀ ਨਾਲ ਯਾਦਦਾਸ਼ਤ ਉੱਤੇ ਉਕੇਰਿਆ ਜਾ ਸਕੇ ਤੇ ਲੋਰੀ ਵਾਂਗ ਬਾਰ-ਬਾਰ ਦੁਹਰਾਇਆ ਜਾ ਸਕੇ। ਇਸ ਵਾਕ ਦਾ ਪ੍ਰਯੋਗ ਕਰੋ। ਹੁਣ ਮੇਰੇ ਅੰਦਰ ਸੰਜਮ ਤੇ ਮਾਨਸਿਕ ਸ਼ਾਂਤੀ ਹੈ ਤੇ ਮੈਂ ਧੰਨਵਾਦ ਦਿੰਦਾ ਹਾਂ। ਮਸਤਿਸ਼ਕ ਨੂੰ ਭਟਕਣ ਤੋਂ ਰੋਕਣ ਲਈ ਇਹਨੂੰ ਜ਼ੋਰ ਨਾਲ ਦੁਹਰਾਓ। ਮਨ 'ਚ ਬੋਲਣ ਵੇਲੇ ਇਹਦੇ ਉਚਾਰਨ 'ਚ ਬੁੱਲ੍ਹਾਂ ਤੇ ਜੀਭ ਨੂੰ ਚਲਾਓ। ਇਸ ਨਾਲ ਅਵਚੇਤਨ ਮਨ ਤੱਕ ਪੁੱਜਣ 'ਚ ਮਦਦ ਮਿਲਦੀ ਹੈ। ਇਹਨੂੰ 5 ਮਿੰਟ ਜਾਂ ਇਸ ਤੋਂ ਜ਼ਿਆਦਾ ਸਮੇਂ ਤੱਕ ਕਰਦੇ ਰਹੋ। ਤੁਸੀਂ ਇੱਕ ਡੂੰਘੀ ਭਾਵਨਾਤਮਕ ਪ੍ਰਤੀਕਿਰਿਆ ਪਾਓਗੇ। ਤੀਜਾ ਕਦਮ, ਸੌਣ ਤੋਂ ਪਹਿਲਾਂ ਉਹ ਕਰੋ ਜਿਹੜਾ ਮਹਾਨ ਜਰਮਨ ਕਵੀ ਜੋਹਾਨਨ ਵਾਨ ਗੈਟੇ ਕਰਦੇ ਸੀ। ਕਲਪਨਾ ਕਰੋ ਕੋਈ ਮਿੱਤਰ ਜਾਂ ਪਿਆਰਾ ਤੁਹਾਡੇ ਨਾਲ ਹੈ, ਤੁਹਾਡੀਆਂ ਅੱਖਾਂ ਬੰਦ ਹਨ, ਤੁਸੀਂ ਸ਼ਿਥਲ ਤੇ ਸ਼ਾਂਤ ਹੋ। ਉਹ ਪਿਆਰਾ ਜਾਂ ਮਿੱਤਰ ਕਲਪਨਾ 'ਚ ਤੁਹਾਨੂੰ ਆ ਕੇ ਕਹਿ ਰਿਹਾ, ਵਧਾਈਆਂ। ਤੁਸੀਂ ਉਹਦੀ ਮੁਸਕਰਾਹਟ ਵੇਖਦੇ ਹੋ, ਤੁਸੀਂ ਉਹਦੀ ਆਵਾਜ਼ ਸੁਣਦੇ ਹੋ, ਤੁਸੀਂ ਮਾਨਸਿਕ ਤੌਰ ਤੇ ਉਹਦੇ ਹੱਥ ਛੂਹਦੇ ਹੋ। ਸਾਰਾ ਕੁਝ ਵਾਸਤਵਿਕ ਤੇ ਚਿਤਰਾਤਮਕ ਹੈ। ਵਧਾਈਆਂ ਸ਼ਬਦ ਪੂਰਨ ਸੁਤੰਤਰਤਾ ਦੀ ਨਿਸ਼ਾਨੀ ਹੈ। ਇਹਨੂੰ ਬਾਰ-ਬਾਰ ਸੁਣੋ ਜਦ ਤੱਕ ਕਿ ਤੁਹਾਨੂੰ ਤਸੱਲੀ ਬਖਸ਼ ਅਵਚੇਤਨ ਪ੍ਰਤੀਕਿਰਿਆ ਨਾ ਮਿਲ ਜਾਏ। ਲਗਾਤਾਰ ਕਰਦੇ ਰਹੋ। ਜਦ ਡਰ ਤੁਹਾਡੇ ਮਸਤਿਸ਼ਕ ਦਾ ਦਰਵਾਜ਼ਾ ਖੜਕਾਏ ਜਾਂ ਚਿੰਤਾ, ਤਣਾਅ ਜਾਂ ਸ਼ੰਕਾ ਤੁਹਾਡੇ ਦਿਮਾਗ 'ਚ ਆਏ ਤਾਂ ਆਪਣੇ ਸੁਪਨਿਆਂ, ਆਪਣੇ ਟੀਚਿਆਂ ਨੂੰ ਦੇਖਦੇ ਰਹੋ। ਆਪਣੇ ਅਚੇਤਨ ਮਨ ਦੇ ਅੰਦਰ ਹੀ ਅਸੀਮ ਸ਼ਕਤੀ ਬਾਰੇ ਸੋਚੋ ਜਿਹੜੀ ਤੁਹਾਡੇ ਚਿੰਤਨ ਤੇ ਕਲਪਨਾ ਨੂੰ ਉਤਪੰਨ ਕਰ ਸਕਦੀ ਹੈ। ਇਸ ਨਾਲ ਤੁਹਾਨੂੰ ਵਿਸ਼ਵਾਸ, ਸ਼ਕਤੀ ਤੇ ਹਿੰਮਤ ਮਿਲੇਗੀ। ਲਗਾਤਾਰ ਕਰਦੇ ਰਹੋ, ਜੁਟੇ ਰਹੋ ਜਦੋਂ ਤੱਕ ਕਿ ਦਿਨ ਨਾ ਚੜ੍ਹ ਜਾਏ ਤੇ ਹਨੇਰਾ ਦੂਰ ਨਾ ਨੱਠ ਜਾਏ। ਆਪਣੀ ਵਿਚਾਰਕ ਸ਼ਕਤੀ ਦੀ ਸਮੀਖਿਆ ਕਰੋ। ਪਹਿਲਾ, ਸਮਾਧਾਨ ਸਮੱਸਿਆ 'ਚ ਹੀ ਹੁੰਦਾ ਹੈ। ਹਰ ਸਵਾਲ 'ਚ ਇਹਦਾ ਜਵਾਬ ਛੁਪਿਆ ਹੋਇਆ ਹੈ। ਤੁਹਾਡਾ ਗਿਆਨ ਤੁਹਾਡੀ ਪੁਕਾਰ ਤੇ ਪ੍ਰਤੀਕਿਰਿਆ ਕਰਦਾ ਹੈ ਜਦੋਂ ਤੁਸੀਂ ਇਹਨੂੰ ਆਸਥਾ ਤੇ ਵਿਸ਼ਵਾਸ ਨਾਲ ਆਵਾਜ਼ ਦਿੰਦੇ ਹੋ। ਦੂਸਰਾ, ਆਦਤ ਤੁਹਾਡੇ ਅਵਚੇਤਨ ਮਨ ਦਾ ਕੰਮ ਹੈ। ਤੁਹਾਡੇ ਅਵਚੇਤਨ ਮਨ ਦੀ ਅਦਭੁਤ ਸ਼ਕਤੀ ਦਾ ਇਸ ਤੋਂ ਵੱਡਾ ਸਬੂਤ ਨਹੀਂ ਹੈ ਕਿ ਤੁਹਾਡੇ ਜੀਵਨ ਤੇ ਆਦਤ ਦੀ ਕਿੰਨੀ ਸ਼ਕਤੀ ਤੇ ਨਿਯੰਤਰਣ ਹੈ। ਤੁਸੀਂ ਆਦਤਾਂ ਦੇ ਗੁਲਾਮ ਹੁੰਦੇ ਹੋ। ਤੀਸਰਾ, ਤੁਸੀਂ ਕਿਸੇ ਵਿਚਾਰ ਜਾਂ ਕੰਮ ਨੂੰ ਦੁਹਰਾ ਕੇ ਆਪਣੇ ਅਵਚੇਤਨ ਮਨ 'ਚ ਆਦਤਾਂ ਦਾ ਪੈਟਰਨ ਬਣਾਉਂਦੇ ਹੋ ਜਦੋਂ ਤੱਕ ਕਿ ਤੁਹਾਡੇ ਅਵਚੇਤਨ ਮਨ 'ਚ ਖਾਂਚੇ ਨਹੀਂ ਬਣਾ ਲੈਂਦਾ ਤੇ ਸਵੈਚਾਲਿਤ ਨਹੀਂ ਬਣ ਜਾਂਦਾ। ਚੌਥਾ, ਤੁਹਾਡੇ ਕੋਲ ਚੁਣਨ ਦੀ ਸੁਤੰਤਰਤਾ ਹੈ। ਤੁਸੀਂ ਚੰਗੀ ਜਾਂ ਮਾੜੀ ਆਦਤ ਨੂੰ ਚੁਣ ਸਕਦੇ ਹੋ। ਪ੍ਰਾਰਥਨਾ ਇੱਕ ਚੰਗੀ ਆਦਤ ਹੈ। ਪੰਜਵਾਂ, ਜਿਹੜੀ ਵੀ ਮਾਨਸਿਕ ਤਸਵੀਰ ਤੁਸੀਂ ਆਪਣੇ ਅਵਚੇਤਨ ਮਨ 'ਚ ਆਸਥਾ ਨਾਲ ਦੇਖਦੇ ਹੋ ਇਹ ਉਹਨੂੰ ਸਾਕਾਰ ਕਰ ਦਿੰਦਾ ਹੈ। ਛੇਵਾਂ, ਤੁਹਾਡੀ ਸਫਲਤਾ ਤੇ ਉਪਲਬਧੀ ਵਿੱਚੋਂ ਇਕੱਲੀ ਰੁਕਾਵਟ ਤੁਹਾਡਾ ਵਿਚਾਰ ਜਾਂ ਮਾਨਸਿਕ ਤਸਵੀਰ ਹੈ। ਸੱਤਵਾਂ, ਜਦ ਤੁਹਾਡਾ ਧਿਆਨ ਭਟਕੇ ਤਾਂ ਚੰਗਾਈ ਜਾਂ ਟੀਚੇ ਦੇ ਵਿਚਾਰ ਤੋਂ ਇਹਨੂੰ ਵਾਪਸ ਮੋੜ ਲਓ। ਇਹਦੀ ਆਦਤ ਪਾ ਲਓ। ਇਹਨੂੰ ਮਸਤਿਸ਼ਕ ਨੂੰ ਅਨੁਸ਼ਾਸਿਤ ਕਰਨਾ ਕਹਿੰਦੇ ਹੈ। ਅੱਠਵਾਂ, ਤੁਹਾਡਾ ਚੇਤਨ ਮਨ ਕੈਮਰਾ ਹੈ ਤੇ ਤੁਹਾਡਾ ਚੇਤਨ ਮਨ ਉਹ ਸੰਵੇਦਨਸ਼ੀਲ ਪਲੇਟ ਹੈ ਜਿਸ ਉੱਤੇ ਕੈਮਰੇ ਦੀ ਛਾਪ ਪੈਂਦੀ ਹੈ। ਨੌਵਾਂ, ਇਨਸਾਨ ਦੇ ਪਿੱਛੇ ਜਿਹੜੀ ਇਕਲੌਤੀ ਬਦਕਿਸਮਤੀ ਪਈ ਰਹਿੰਦੀ ਹੈ ਉਹ ਡਰ ਦਾ ਵਿਚਾਰ ਹੈ ਜਿਹਨੂੰ ਬਾਰ-ਬਾਰ ਦਿਮਾਗ 'ਚ ਦੁਹਰਾਇਆ ਜਾਂਦਾ ਹੈ। ਇਸ ਗਿਆਨ ਨਾਲ ਬਦਕਿਸਮਤੀ ਤੋਂ ਪਿੱਛਾ ਛੁਡਾਓ ਕਿ ਤੁਸੀਂ ਜੋ ਵੀ ਕੰਮ ਸ਼ੁਰੂ ਕਰਦੇ ਹੋ ਉਹਨੂੰ ਤੁਸੀਂ ਦੈਵੀ ਵਿਧਾਨ ਅੰਦਰ ਸੁਖਮਈ ਨਤੀਜੇ ਤੱਕ ਪਹੁੰਚਾਓਗੇ। ਸੁਖਮਈ ਅੰਤ ਦੀ ਤਸਵੀਰ ਬਣਾਓ ਤੇ ਇਹਨੂੰ ਵਿਸ਼ਵਾਸ ਨਾਲ ਬਣਾਏ ਰੱਖੋ। 10ਵਾਂ, ਨਵੀਆਂ ਆਦਤਾਂ ਪਾਉਣ ਲਈ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਇਹ ਇੱਛਤ ਹੈ। ਜਦੋਂ ਮਾੜੀ ਆਦਤ ਨੂੰ ਛੱਡਣ ਦੀ ਤੁਹਾਡੀ ਇੱਛਾ ਇਹਨੂੰ ਜਾਰੀ ਰੱਖਣ ਦੀ ਇੱਛਾ ਨਾਲ ਜ਼ਿਆਦਾ ਵੱਡੀ ਹੋਵੇ ਤਾਂ ਸਮਝ ਲਓ ਤੁਹਾਡਾ 51% ਉਪਚਾਰ ਹੋ ਚੁੱਕਿਆ ਹੈ। 11ਵਾਂ, ਦੂਜਿਆਂ ਦੀਆਂ ਗੱਲਾਂ ਤੁਹਾਨੂੰ ਤਦੋਂ ਤੱਕ ਸੱਟ ਨਹੀਂ ਪਹੁੰਚਾ ਸਕਦੀਆਂ ਜਦ ਤੱਕ ਕਿ ਤੁਹਾਡੀ ਆਪਣੀ ਵਿਚਾਰਕ ਤੇ ਮਾਨਸਿਕ ਸਹਿਮਤੀ ਨਾ ਹੋਵੇ। ਆਪਣੇ ਆਪ ਨੂੰ ਆਪਣੇ ਨਿਸ਼ਾਨੇ ਦੇ ਨਾਲ ਇਕਾਕਾਰ ਕਰੋ ਜਿਹੜੀ ਸ਼ਾਂਤੀ, ਇਕਸੁਰਤਾ ਤੇ ਖੁਸ਼ੀ ਹੈ। ਤੁਸੀਂ ਆਪਣੇ ਬ੍ਰਹਿਮੰਡ ਦੇ ਇਕੱਲੇ ਚਿੰਤਕ ਹੋ। 12ਵਾਂ, ਬਹੁਤੀ ਸ਼ਰਾਬ ਪੀਣੀ ਪਲਾਇਣ ਦੀ ਮਤਲਬ ਭੱਜਣ ਦੀ ਅਵਚੇਤਨ ਇੱਛਾ ਹੈ। ਸ਼ਰਾਬ ਪੀਣ ਦਾ ਕਾਰਨ ਨਕਾਰਾਤਮਕ ਤੇ ਵਿਨਾਸ਼ਕ ਚਿੰਤਨ ਹੈ।
ਉਪਚਾਰ ਹੈ ਸੁਤੰਤਰਤਾ, ਸੰਜਮ, ਪੂਰਨਤਾ ਬਾਰੇ ਸੋਚਣਾ ਤੇ ਉਪਲਬਧੀ ਦੇ ਰੋਮਾਂਚ ਨੂੰ ਮਹਿਸੂਸ ਕਰਨਾ। 13ਵਾਂ, ਕਈ ਲੋਕ ਸ਼ਰਾਬੀ ਇਸ ਲਈ ਬਣੇ ਰਹਿੰਦੇ ਆ ਕਿਉਂਕਿ ਉਹ ਆਪਣੀਆਂ ਸਮੱਸਿਆਵਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੰਦੇ ਆ। 14ਵਾਂ, ਤੁਹਾਡਾ ਉਚੇਤਨ ਮਨ ਦਾ ਨਿਯਮ ਜਿਹਨੇ ਤੁਹਾਨੂੰ ਬੰਧਨਾਂ 'ਚ ਰੱਖਿਆ ਤੇ ਤੁਹਾਡੇ ਕੰਮਾਂ ਦੀ ਸੁਤੰਤਰਤਾ ਨੂੰ ਸੀਮਤ ਕੀਤਾ, ਤੁਹਾਨੂੰ ਸੁਤੰਤਰਤਾ ਤੇ ਖੁਸ਼ੀ ਦੇਵੇਗਾ। ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਹਦਾ ਪ੍ਰਯੋਗ ਕਿਵੇਂ ਕਰਦੇ ਹੋ। 15ਵਾਂ, ਤੁਹਾਡੀ ਕਲਪਨਾ ਤੁਹਾਨੂੰ ਸ਼ਰਾਬ ਦੀ ਬੋਤਲ ਤੱਕ ਲੈ ਗਈ ਸੀ, ਹੁਣ ਸੁਤੰਤਰ ਹੋਣ ਦੀ ਕਲਪਨਾ ਕਰਕੇ ਇਹਨੂੰ ਆਜ਼ਾਦੀ ਵੱਲ ਲੈ ਜਾਣ ਦਿਓ। 16ਵਾਂ, ਐਲਕੋਹਲਿਜ਼ਮ ਦਾ ਅਸਲ ਕਾਰਨ ਨਕਾਰਾਤਮਕ ਤੇ ਵਿਨਾਸ਼ਕ ਸੋਚ ਹੈ। ਜਿਵੇਂ ਵਿਅਕਤੀ ਆਪਣੇ ਦਿਲ ਵਿੱਚ ਮਤਲਬ ਅਚੇਤਨ ਮਨ 'ਚ ਸੋਚਦਾ ਹੈ ਤਿਵੇਂ ਦਾ ਹੀ ਉਹ ਹੁੰਦਾ ਹੈ। 17ਵਾਂ, ਜਦੋਂ ਡਰ ਤੁਹਾਡੇ ਮਨ ਦਾ ਦਰਵਾਜ਼ਾ ਖੜਕਾਏ ਤਾਂ ਈਸ਼ਵਰ ਵਿੱਚ ਆਸਥਾ ਤੇ ਸਾਰੀਆਂ ਚੀਜ਼ਾਂ ਚੰਗੀਆਂ ਚੀਜ਼ਾਂ ਨੂੰ ਦਰਵਾਜ਼ਾ ਖੋਲ੍ਹਣ ਦਿਓ। ਧੰਨਵਾਦ।